बेटा लास्ट क्लास ਆਪਾਂ डिस्कस कर रहे ਸੀਗੇ फाइनेंशियल स्टेटमेंट पहला विदाउट एडजस्टमेंट ਆਪਾਂ ਕੀਤਾ ਸੀ टॉपिक ਤੇ ਉਸ ਤੋਂ ਬਾਅਦ विद एडजस्टमेंट ठीक है। सो विद एडजस्टमेंट टॉपिक है ਜਿਹੜਾ बहुत ज़्यादा इंपॉर्टेंट टॉपिक है ऑन द पॉइंट ऑफ व्यू नॉट ओनली ऑन द पॉइंट ऑफ व्यू फॉर your 11th accounts but also for the +2 accounts. +2 account is also depend upon such topic. Okay, so class we were discussing about the topic financial statement with adjustments. So this is the most important topic of your +1 accounts book. Let's start. Okay, we have already discussed about what is depreciation, so we were near about the topic. But now first today's what are bad debts? Okay, 1 minute. 10.8 bad debts. Bad debts refers to the amount that the firm has not been able to realize from its data. It is regarded as a loss and is termed as bad debts. The entry of recording bad debts is bad debt account debit to debt account. Beta, but what are bad debts? देखो बिल्कुल simple language से मैं दसा ਤੁਹਾਨੂੰ ਮੰਨ ਲਓ ਤੁਹਾਡਾ ਬਿਜ਼ਨਸ ਹੈ ਠੀਕ ਹੈ ਤੁਹਾਡੀ ਸ਼ਾਪ ਹੈ ਤੁਸੀਂ ਕਿਸੇ ਵੀ ਪਰਸਨ ਨੂੰ 10,000 ਦਾ ਸਮਾਨ ਵੇਚਿਆ ਠੀਕ ਹੈ ਤੁਸੀਂ ਬਿਜ਼ਨਸ ਕਰ ਰਹੇ ਹੋ ਤੁਹਾਡੀ ਸ਼ਾਪ ਹੈ ਤੁਸੀਂ 10,000 ਦਾ ਜਦੋਂ ਸਮਾਨ ਵੇਚ ਚੁੱਕੇ ਹੋ ਤਾਂ ਉਹ ਪਰਸਨ ਨੇ ਕੀਤਾ ਉਹ ਤੁਹਾਨੂੰ 5,000 ਪਹਿਲਾਂ ਦੇ ਗਿਆ ਠੀਕ ਹੈ 7,000 ਫਿਰ ਦੇ ਗਿਆ 2,000 ਫਿਰ ਦੇ ਗਿਆ 1,000 ਉਹ ਦੇ ਕੇ ਨਹੀਂ ਗਿਆ ਕਹਿਣ ਦਾ ਮਤਲਬ ਕਿ ਉਹ ਸਿਰਫ ਤੁਹਾਨੂੰ 9,000 ਦੀ ਅਮਾਊਂਟ ਹੈ ਜਿਹੜੀ ਉਹ ਪੇਮੈਂਟ ਕਰਕੇ ਗਿਆ ਹੁਣ ਤੱਕ ਚਾਹੇ ਉਹ ਇਕੱਠੀ ਕਰ ਗਿਆ ਚਾਹੇ ਉਹ ਇੰਸਟਾਲਮੈਂਟਸ ਕਰ ਗਿਆ ਬਟ ਜਿਹੜਾ 1,000 ਪੈਂਡਿੰਗ ਹੈ ਉਹ 1 ਸਾਲ ਹੋ ਗਿਆ ਕਿ ਉਹ ਹੁਣ ਦੇਣ ਨੂੰ ਤਿਆਰ ਨਹੀਂ ਤਾਂ ਆਪਾਂ ਕੀ ਕਰ ਸਕਦੇ ਹਾਂ ਬੱਚੇ ਸੋ ਇੱਥੇ ਸਾਡੇ ਕੋਲ ਇਹ ਹੈਗਾ ਕਿ ਉਹ ਜਿਹੜੀ 1,000 ਦੀ ਅਮਾਊਂਟ ਹੈ ਬੱਚੇ ਉਹ ਕੀ ਹੈਗੀ ਆਪਣੇ ਬੈਡਰਸ ਕਿਉਂਕਿ ਆਪਾਂ ਨੂੰ ਬਿਲਕੁਲ ਵੀ ਸੰਭਾਵਨਾ ਨਹੀਂ ਹੈਗੀ ਕੋਈ ਪ੍ਰੋਬੇਬਿਲਿਟੀ ਨਹੀਂ ਹੈਗੀ ਕਿ ਉਹ ਪੈਸੇ ਆਪਣੇ ਕੋਲ ਵਾਪਸ ਆਉਣਗੇ ਇਸ ਕਰਕੇ ਆਪਾਂ ਉਹਨੂੰ ਕੀ ਕਹਿੰਦੇ ਹੁੰਦੇ ਆ ਬੈਡ ਡੈਟਸ ਠੀਕ ਹੈ ਬੈਡ ਡੈਟਸ ਸੋ ਇਹ ਬੋਲਣ ਦੇ ਵਿੱਚ ਬੈਡ ਡੈਟਸ ਜੇ ਕਹੋਗੇ ਤਾਂ ਸਹੀ ਨਹੀਂ ਪ੍ਰੋਨਾਊਂਸ ਹੋਣਾ ਤੁਸੀਂ ਬੈਡ ਡੈਟਸ ਇਹਨੂੰ ਈਜ਼ੀਲੀ ਪ੍ਰੋਨਾਊਂਸ ਕਰ ਸਕਦੇ ਹੋ ਬੈਡ ਡੈਟਸ ਠੀਕ ਹੈ ਸੋ ਜਿੰਨੀ ਅਮਾਊਂਟ ਬਿਜ਼ਨਸ ਨੇ ਕਿਸੇ ਤੋਂ ਲੈਣੀ ਸੀਗੀ ਉਹਦੇ ਵਿੱਚੋਂ ਅਗਰ ਕੁਛ ਅਮਾਊਂਟ ਕੁਛ ਪਾਰਟ ਹੈ ਜਿਹੜਾ ਉਹ ਡੈਟਰਸ ਜਿਹੜੇ ਡੈਟਰਸ ਨੇ ਉਹਨਾਂ ਨੇ ਪੇ ਨਹੀਂ ਕੀਤਾ ਹੈਗਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਬੈਡ ਡੈਟਸ ਹੋ ਗਏ ਨੇ ਕਿਹਦੇ ਉਸ ਆਰਗੇਨਾਈਜੇਸ਼ਨ ਦੇ ਠੀਕ ਹੈ ਜੀ ਸੋ ਇਹਨਾਂ ਦਾ ਟਰੀਟਮੈਂਟ ਹੈ ਜਿਹੜਾ ਉਹ ਵੀ ਕਰਨਾ ਬਹੁਤ ਇੰਪੋਰਟੈਂਟ ਹੁੰਦਾ ਹੈ ਹਾਂਜੀ ਸੋ ਇਹਨਾਂ ਦਾ ਇੰਪੋਰਟੈਂਟ ਕਿੱਦਾਂ ਆਪਾਂ ਕਰਦੇ ਹਾਂ ਟਰੀਟਮੈਂਟ ਦੇਖੋ ਬੈਡ ਡੈਟਸ ਆ ਰਹੇ ਬੈਡ ਡੈਟਸ ਸੋ ਬੈਡ ਡੈਟਸ ਜਿਹੜੇ ਹੁੰਦੇ ਨੇ ਇਹ ਸਾਨੂੰ ਐਡੀਸ਼ਨਲ ਇਨਫੋਰਮੇਸ਼ਨ ਵਿੱਚ ਵੀ ਗਿਵਨ ਹੁੰਦੇ ਨੇ ਸਾਨੂੰ ਇਹ ਕੁਐਸਚਨ 'ਚ ਵੀ ਗਿਵਨ ਹੁੰਦੇ ਨੇ ਸੋ ਇਹਨਾਂ ਦਾ ਟਰੀਟਮੈਂਟ ਹੈ ਜਿਹੜਾ ਕਰਨਾ ਸਿੱਖਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਬੈਡ ਡੈਟਸ 4,500 ਐਡ ਫਰਦਰ ਬੈਡ ਡੈਟਸ ਇੱਕ ਪਹਿਲਾਂ ਦੇ ਬੈਡ ਡੈਟਸ ਸੀਗੇ 4,500 ਦੇ ਜਦੋਂ ਆਪਾਂ ਬਾਅਦ 'ਚ ਪਤਾ ਕਰਿਆ ਹੈ ਨਾ ਸਾਲ ਦੇ ਐਂਡ 'ਤੇ ਜਾ ਕੇ ਪਤਾ ਲੱਗਾ ਕਿ ਹੋਰ ਵੀ ਨੇ 2,500 ਦੇ ਟੋਟਲ ਬੈਡ ਡੈਟਸ ਕਿੰਨੇ ਹੋ ਗਏ 7,000 ਦੇ ਠੀਕ ਹੈ ਜੀ ਸੋ ਇਹ ਨੇ ਜਿਹੜੇ ਆਪਾਂ ਲੈ ਕੇ ਚੱਲਾਂਗੇ ਹੁਣ ਤੇ ਅੱਗੇ ਜਾ ਕੇ ਇਹਨਾਂ ਦਾ ਟਰੀਟਮੈਂਟ ਕਿਵੇਂ ਹੋਊ ਵਿੱਚ ਅੱਗੇ ਜਾ ਕੇ ਟਰੀਟਮੈਂਟ ਇਹਨਾਂ ਦਾ ਇਹ ਰਿਹਾ ਜਿਹੜੇ ਓਲਡ ਬੈਡ ਡੈਟਸ ਨੇ ਪੁਰਾਣੇ ਬੈਡ ਡੈਟਸ ਨੇ ਉਹ ਆਪਾਂ ਨਹੀਂ ਲਵਾਂਗੇ ਬਟ ਜਿਹੜੇ ਨਵੇਂ ਨੇ ਉਹਨਾਂ ਨੂੰ ਕੀ ਕਰਨਾ ਆਪਾਂ ਡੈਟਰਸ ਦੇ ਵਿੱਚੋਂ ਲੈਸ ਕਰ ਦੇਣਾ ਕਿਉਂ ਕਿਉਂਕਿ ਉਹ ਇਸ ਸਾਲ ਨਾਲ ਰਿਲੇਟਡ ਨੇ ਠੀਕ ਹੈ ਜੀ ਪ੍ਰੋਵੀਜ਼ਨ ਫॉर ਬੈਡ ਡੈਟਸ ਹੁਣ ਇਹ ਵੀ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ ਬੱਚੇ provision for bad debts provision for bad and doubtful debts in the above balance sheet a debtor now appear at 13,000 which is their estimated realizable value during next year it is quite possible that the whole of his money may not be realized in future less okay now
क्या गया है कहते इन द अबव बैलेंस शीट डेटर नाउ अपीयर एट 13,000 ਜਿਹੜੇ ਡੈਟਰਸ ਨੇ ਬੇਟਾ ਉਹ 13,000 ਦੇ ਸ਼ੋ ਹੋ ਰਹੇ ਨੇ which is in which is their estimated realizable value ਉਹਨਾਂ ਦੀ estimated realizable value ਕਿ 13,000 ਦੇ ਜਿਹੜੇ ਹੈਗੇ ਨੇ ਸਾਡੇ ਡੈਟਰਸ ਨੇ ਉਹ ਸਾਨੂੰ ਮਿਲਣਗੇ ਠੀਕ ਹੈ ਜੀ it is quite possible that the whole of this amount not be realized in future ਆਪਾਂ ਨੂੰ ਪਤਾ ਹੈ ਕਿ ਹੋ ਸਕਦਾ ਕਈ ਵਾਰੀ ਕਿਸੇ ਬੰਦੇ ਤੇ ਡਾਊਟ ਹੁੰਦਾ ਹੈ ਨਾ ਆਪਾਂ ਨੂੰ ਤਾਂ ਆਪਾਂ ਨੂੰ ਪਤਾ ਹੈ ਕਿ ਇਹ ਹੋ ਸਕਦਾ ਵੀ ਸਾਰੀ ਦੀ ਸਾਰੀ ਅਮਾਉਂਟ ਹੈ ਜਿਹੜੀ ਆਪਾਂ ਨੂੰ ਇਨ ਫਿਊਚਰ ਨਾ ਮਿਲੇ ਤਾਂ ਕੀ ਕਰਾਂਗੇ ਆਪਾਂ it is however it is not possible to accurately know the amount of such bad debts ਤਾਂ ਇਹਨਾਂ ਦੇ ਬਾਰੇ ਸਹੀ ਵੀ ਨਹੀਂ ਆਪਾਂ ਨੂੰ ਪਤਾ ਹੁੰਦਾ ਕਿ ਕਿੰਨੇ ਕਿੰਨੇ ਜਿਹੜੇ ਹੋ ਸਕਦਾ 13,000 ਵਾਪਸ ਆ ਜੇ ਹੋ ਸਕਦਾ ਹੈ ਇਹਦੇ ਵਿੱਚੋਂ 3-4 ਹਜ਼ਾਰ ਰੁਪਇਆ ਨਾ ਵਾਪਸ ਆਵੇ ਤਾਂ ਸਾਡੇ ਕੋਲ ਨਾ ਕੋਈ ਐਗਜ਼ੈਕਟ ਪ੍ਰੂਫ ਨਹੀਂ ਹੁੰਦਾ ਕਿ ਕੀ ਹੋਣਾ ਹੈ ਠੀਕ ਹੈ ਹੈਂਸ ਵੀ ਮੇਕ ਅ ਰੀਜ਼ਨੇਬਲ ਐਸਟੀਮੇਟ ਹੁਣ ਆਪਾਂ ਕੀ ਕਰਾਂਗੇ ਇੱਕ ਐਸਟੀਮੇਟ ਬਣਾ ਲਾਂਗੇ ਬੇਟਾ ਬੁੱਕ ਤੇ ਇਹਨੂੰ ਅੰਡਰਲਾਈਨ ਕਰ ਲਿਓ ਹੈਂਸ ਵੀ ਮੇਕ a reasonable estimate of such loss and provide the same ਤਾਂ ਅਸੀਂ ਪ੍ਰੋਫਿਟ ਦੇ ਵਿੱਚ ਉਹ ਲਾਸ ਪਹਿਲਾਂ ਹੀ ਕੱਢ ਕੇ ਰੱਖ ਲੈਂਦੇ ਆ ਆਪਾਂ ਇੱਕ ਪੜ੍ਹਿਆ ਸੀ ਨਾ ਪ੍ਰਿੰਸੀਪਲ ਕਿ ਤੁਸੀਂ ਜਿਹੜੇ ਲਾਸ ਨੇ ਉਹਨਾਂ ਨੂੰ ਪਹਿਲਾਂ ਐਸਟੀਮੇਟ ਕਰ ਸਕਦੇ ਹੋ ਪ੍ਰੋਫਿਟਸ ਨੂੰ ਨਹੀਂ ਕਰ ਸਕਦੇ ਹੈ ਨਾ ਪੜ੍ਹਿਆ ਸੀ ਨਾ ਇੱਕ ਆਪਾਂ ਪ੍ਰਿੰਸੀਪਲ ਸੋ ਉਸ ਤਰੀਕੇ ਦੇ ਨਾਲ ਹੁਣ ਇਹ ਲਾਸ ਹੋਣਾ ਆਪਾਂ ਨੂੰ 13,000 ਰੁਪਏ ਲੈਣਾ ਸੀ ਮੰਨ ਲਓ 2,000 ਉਹਦੇ ਵਿੱਚੋਂ ਨਹੀਂ ਆਇਆ 11,000 ਮਿਲਿਆ ਆਪਾਂ ਨੂੰ ਤਾਂ ਉਹ 1,000 ਦਾ ਜਿਹੜਾ 2,000 ਦਾ ਜਿਹੜਾ ਲਾਸ ਹੈ ਬੱਚੇ ਉਹ ਕਿੱਥੋਂ ਆਪਾਂ ਭਰਪਾਈ ਕਰਾਂਗੇ ਉਹਦੀ ਪ੍ਰੋਫਿਟਸ ਦੇ ਵਿੱਚੋਂ ਸੱਚ ਪ੍ਰੋਵੀਜ਼ਨ ਇਜ਼ ਕਾਲਡ provision for doubt provision for bad debts hence we make a reasonable estimate of such loss and provide the same such provision is called provision for bad debts ਇਹਨੂੰ ਆਪਾਂ provision for bad debts ਮੰਨ ਕੇ ਚੱਲਾਂਗੇ is created by debiting profit and loss account ਇਹ ਕਿੱਥੇ ਜਾ ਕੇ ਦਾ ਟ੍ਰੀਟਮੈਂਟ ਕਰਾਂਗੇ ਆਪਾਂ profit and loss account ਦੇ ਵਿੱਚ ਠੀਕ ਹੈ ਬੱਚੇ ਸੋ ਇਹ ਹੈਗਾ ਵੀ ਜਦੋਂ ਆਪਾਂ ਨੂੰ ਕਲੀਅਰ ਨਾ ਹੋਵੇ ਕਲੈਰਿਟੀ ਨਾ ਹੋਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਇਹ ਪੇਮੈਂਟ ਹੈ ਵਾਪਸ ਆਊਗੀ ਕਿ ਨਾ ਤਾਂ ਬੱਚੇ ਉਹਦਾ ਕਿਤੋਂ ਨਾ ਕਿਤੋਂ ਤਾਂ ਆਪਾਂ ਨੁਕਸਾਨ ਨੂੰ ਭਰਨਾ ਹੀ ਹੈ ਨਾ ਹੁਣ ਫਿਰ ਆਪਾਂ ਪ੍ਰੋਫਿਟ ਦੇ ਵਿੱਚੋਂ ਉਹਦੀ ਅਮਾਊਂਟ ਹੈ ਜਿਹੜੀ ਸਾਈਡ ਤੇ ਕੱਢ ਦਿੰਦੇ ਆ ਠੀਕ ਹੈ ਤਾਂ ਉਹਦੇ ਲਈ ਜਰਨਲ ਐਂਟਰੀ ਕੀ ਪੈਂਦੀ ਹੈ ਪ੍ਰੋਫਿਟ ਐਂਡ ਲਾਸ ਅਕਾਊਂਟ ਟੂ ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ ਅਕਾਊਂਟ ਠੀਕ ਹੈ ਪ੍ਰੋਫਿਟ ਐਂਡ ਲਾਸ ਅਕਾਊਂਟ ਡੈਬਿਟ ਟੂ ਪ੍ਰੋਵੀਜ਼ਨ ਫॉर ਡਾਊਟਫੁਲ ਅਕਾਊਂਟ ਕ੍ਰੈਡਿਟ ਹੁਣ ਆਪਾਂ ਬਣਾਵਾਂਗੇ ਜਦੋਂ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਵਾਂਗੇ ਆਪਾਂ ਤਾਂ ਰੀਜ਼ਨ ਫॉर ਡਾਊਟਫੁਲ ਡੈਟਸ ਕਿੱਧਰ ਚਲਾ ਜਾਊਗਾ debit side of trading profit and loss account got it so provision for doubtful debts is also shown as a deduction from debtor on the asset side of the balance sheet okay, let us assume Ankit feels that 5% of his debtor on March 31st, 2017 are likely to default on their payments next year. ठीक है कि 5% debtors ਨੇ ਜਿਹੜੇ ਉਹ default ਹੋ ਜਾਣਗੇ ਤੇ ਕੀ ਹੋਏਗਾ ਅੱਗੇ ਜਾ ਕੇ this implies he expect bad debts of 650 ਯਾਨੀ ਕਿ 13,000 ਦੀ ਟੋਟਲ ਅਮਾਉਂਟ ਹੈ ਉਹਦਾ 5% 650 ਰੁਪੀਜ਼ ਦੀ ਜਿਹੜੀ ਹੈਗੀ ਅਮਾਉਂਟ ਕੀ ਹੋ ਸਕਦੀ ਹੈ ਦੱਬ ਸਕਦੀ ਹੈ ਅੰਕਿਤ ਨੀਡਸ ਟੂ ਰਿਕਾਰਡ ਦਾ ਐਡਜਸਟਮੈਂਟ ਐਂਟਰੀ ਤਾਂ ਅੰਕਿਤ ਨੂੰ ਐਡਜਸਟਮੈਂਟ ਐਂਟਰੀ ਹੈ ਜਿਹੜੀ ਉਹ ਕੀ ਹੈ ਕਰਨੀ ਪਈ ਹੈ ਪ੍ਰੋਫਿਟ ਐਂਡ ਲਾਸ ਅਕਾਊਂਟ ਟੂ ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ ਪ੍ਰੋਫਿਟ ਐਂਡ ਲਾਸ ਅਕਾਊਂਟ ਹੈ ਜਿਹੜਾ ਠੀਕ ਹੈ ਉਹ 650 ਦਾ ਹੋ ਗਿਆ ਤੇ ਡਾਊਟਫੁਲ ਡੈਟਸ ਅਕਾਊਂਟ ਕਿੰਨਾ ਹੋ ਗਿਆ 650 ਦਾ ਠੀਕ ਹੈ ਜੀ ਸੋ ਇਹ ਪ੍ਰੋਵੀਜ਼ਨ ਹੈ ਜਿਹੜੀ ਆਪਣੀ ਨਿਕਲ ਆਈ ਹੁਣ ਸ਼ੋਅ ਕਿੱਥੇ ਕਰਨੀ ਹੈ ਸ਼ੋਅ ਕਰਨੀ ਹੈ ਰਾਜੀ ਆਪਾਂ ਨੇ ਇੱਥੇ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਦੀ ਡੈਬਿਟ ਸਾਈਡ ਦੇ ਵਿੱਚ ਦੇਖੋ ਥੋੜਾ ਬੋਲਡ ਕੀਤੇ ਹੋਏ ਨੇ ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ 650 ਠੀਕ ਹੈ ਜੀ ਇਹਨੂੰ ਆਪਾਂ ਇੱਕ ਐਕਸਪੈਂਸ ਦੇ ਤੌਰ ਤੇ ਇੱਕ ਲਾਸ ਦੇ ਤੌਰ ਤੇ ਸ਼ੋਅ ਕਰਾਂਗੇ ਇਸ ਕਰਕੇ ਇਹਨੂੰ ਕਿੱਥੇ ਲਾ ਕੇ ਜਾਵਾਂਗੇ ਆਪਾਂ ਡੈਬਿਟ ਸਾਈਡ ਤੇ ਦੂਸਰੀ ਸਾਈਡ ਕਿੱਥੇ ਲੈ ਕੇ ਚੱਲਾਂਗੇ ਇਹਨੂੰ ਆਪਾਂ ਡੈਟਰਸ ਦੇ ਵਿੱਚੋਂ ਲੈਸ ਕਰਾਂਗੇ ਠੀਕ ਹੈ ਜੀ ਡੈਟਰਸ ਦੇ ਵਿੱਚੋਂ ਇਹਨੂੰ ਅਲੱਗ ਤੋਂ ਲੈਸ ਕਰਾਂਗੇ
ਸੋ ਇਸ ਤੋਂ ਬਾਅਦ ਹੈਗਾ ਬੱਚੇ ਆਪਣੇ ਕੋਲ ਡਿਸਕਾਊਂਟ, provision for discount on debtor. हाँ जी, a business enterprise allow discount to its debtor to encourage prompt payments. Discount likely to be allowed to customer in an accounting year. It accounting year can be estimated and provided for by creating a provision for discount on debtor. Provision for discount is made on good debtor which are arrived at by deducting further and bad and provision for doubtful debts. ਆਪਾਂ ਕੀ ਕਰ ਸਕਦੇ ਹਾਂ ਇਹਨੂੰ further ਤੇ bad ਤੇ doubtful debts ਦੇ ਲਈ ਕਰ ਸਕਦੇ ਹਾਂ. The following journal entry is recorded to create provision for discount on debt. Profit and loss account debit to provision for discount on debt. ठीक है जी, तो प्रॉफिट एंड लॉस अकाउंट डेबिट हो गया, तो प्रोविजन फॉर डिस्काउंट ऑन डेटर. ठीक है जी, डिस्काउंट है जो डेटर्स से डिस्काउंट मिले वो भी अपना एक लॉस होंगे, इस करके उन्होंने प्रॉफिट एंड लॉस की डेबिट साइड शो करांगे. ठीक है जी, प्रोविजन फॉर डाउटफुल डेट्स ਨੂੰ ਵੀ ਅਲੱਗ ਤੋਂ ਸ਼ੋ ਕਰਾਂਗੇ ਪ੍ਰੋਫਿਟ ਐਂਡ ਲਾਸ ਦੇ ਵਿੱਚ, ਤੇ ਡਿਸਕਾਊਂਟ ਔਨ ਡੈਟਰਸ ਨੂੰ ਵੀ ਅਲੱਗ ਤੇ ਸ਼ੋ ਕਰਾਂਗੇ. ਸੋ ਬੇਟਾ ਇਹਦੇ ਨਾਲ ਨੂਮੈਰੀਕਲ ਕਰਨੇ ਪੈਣਗੇ ਆਪਾਂ ਨੂੰ, ਤਾਂ ਇਹ ਕਲੈਰਿਟੀ ਹੋਣੀ ਹੈ ਮਾਈਂਡ 'ਚ ਵੀ ਇਹ ਕਿੱਦਾਂ. ਹਾਂਜੀ, ਹੁਣ ਆਪਣਾ ਜਿਹੜਾ ਲਾਸਟ ਪੁਆਇੰਟ ਹੈ ਇਸ ਦਾ ਥਿਊਰੀ ਪਾਰਟ ਦਾ, ਉਹ ਹੈਗਾ ਮੈਨੇਜਰਸ ਕਮਿਸ਼ਨ. The manager of business is sometimes gives the commission on the net profit of the company. The percentage of commission is applied on the profit either before charging of such commission or after charging such commission. ਜਾਂ ਫਿਰ ਚਾਰਜਿੰਗ ਤੋਂ ਪਹਿਲਾਂ ਕਮਿਸ਼ਨ ਸੱਚ ਬਿਫੋਰ ਚਾਰਜਿੰਗ ਕਮਿਸ਼ਨ ਜਾਂ ਆਫਟਰ ਚਾਰਜਿੰਗ. ਇਹ ਦੋ ਕੰਸੈਪਟ ਨੇ ਬੱਚੇ, ਦੋਨਾਂ ਦੇ ਵਿੱਚੋਂ ਆਪਾਂ ਧਿਆਨ ਨਾਲ ਕਰਨਾ ਸਿੱਖਣਾ ਵੀ ਕਿਹੜਾ ਕੰਸੈਪਟ ਕਿਵੇਂ ਕੰਮ ਕਰਦਾ ਹੈ. ਹਾਂਜੀ, ਪਹਿਲਾ ਹੈਗਾ ਸਪੋਜ਼ ਦ ਨੈਟ ਪ੍ਰੋਫਿਟ ਆਫ ਅ ਬਿਜ਼ਨਸ ਇਜ਼ ₹110 ਬਿਫੋਰ ਚਾਰਜਿੰਗ ਕਮਿਸ਼ਨ. ਕਹਿੰਦੇ ਨੈਟ ਪ੍ਰੋਫਿਟ ਕਿੰਨਾ ਸੀਗਾ? 110 ਬਿਫੋਰ ਚਾਰਜਿੰਗ ਕਮਿਸ਼ਨ. ਓਕੇ, if the manager entitled 10% of the profit before charging such commission is profit ਤੇ ਜੇ ਇੱਕ ਮੈਨੇਜਰ ਹੈ ਜਿਹੜਾ ਉਹ 10% ਲੈ ਰਿਹਾ ਹੈ ਪ੍ਰੋਫਿਟ, ਤਾਂ ਉਹਨੂੰ ਆਪਾਂ ਕਿਵੇਂ ਸ਼ੋ ਕਰਾਂਗੇ? 110 ਜਿਹੜੀ ਪ੍ਰੋਫਿਟ ਦੀ ਅਮਾਊਂਟ ਹੈ ਇਨਟੂ 10/100, 11 ਰੁਪੀਜ਼ ਦਾ ਜਿਹੜਾ ਉਹਨੂੰ ਪ੍ਰੋਫਿਟ ਕਮਿਸ਼ਨ ਆ ਉਹ ਦੇਵਾਂਗੇ. ਹਾਂਜੀ, ਹੁਣ ਜਿਹੜੀ ਦੂਸਰੀ ਚੀਜ਼, ਦੂਸਰਾ ਕੇਸ ਆ ਰਿਹਾ ਉਸਦੇ ਵਿੱਚ ਕੀ ਹੋਏਗਾ? In the case commission is 10% of profit. After charging such commission, it will be calculated. किमें कैलकुलेट करांगे? प्रॉफिट बिफोर कमीशन 110 into रेट कितना 10% डिवाइडेड बाय कमीशन 10 डिवाइडेड बाय 100 प्लस कमीशन. ठीक है, कितनी परसेंट कमीशन है 100 ਦੇ ਵਿੱਚ ਉਹਨਾਂ ਐਡ ਹੋ ਜਾਏਗਾ. ਠੀਕ ਹੈ, ਜਦੋਂ ਆਫਟਰ ਚਾਰਜਿੰਗ ਕਮਿਸ਼ਨ ਦੀ ਗੱਲ ਆਉਂਦੀ ਹੈ, ਬਿਫੋਰ ਚਾਰਜਿੰਗ ਤੇ ਆਫਟਰ ਚਾਰਜਿੰਗ ਵਾਲੇ ਸਮ ਬਹੁਤ ਧਿਆਨ ਨਾਲ ਕਰਨੇ ਪੈਣਗੇ ਬੇਟਾ. ਠੀਕ ਹੈ ਜੀ, ਸੋ ਕਮਿਸ਼ਨ ਨੂੰ ਜਿਹੜਾ ਹੈਗਾ ਬਿਲਕੁਲ ਸੌਰੀ ਮੈਨੇਜਰ ਨੂੰ ਜਿਹੜਾ ਕਮਿਸ਼ਨ ਦੇਣਾ ਉਹ ਬਿਲਕੁਲ ਐਂਡ ਤੇ ਦੇਵਾਂਗੇ ਆਪਾਂ ਆ ਕੇ. ਕਦੋਂ? ਜਦੋਂ ਨੈਟ ਪ੍ਰੋਫਿਟ ਕੱਢਣਾ ਹੈ. ਇੰਟਰਸਟ ਔਨ ਕੈਪੀਟਲ, ਇਹ ਵੀ ਇੰਟਰਸਟ ਹੈ ਜਿਹੜਾ ਪੇ ਕੀਤਾ ਜਾਂਦਾ ਕੈਪੀਟਲ ਤੇ. ਇਹ ਕੰਪਨੀ ਦਾ ਇੱਕ ਲੋਸ ਕਹਿ ਸਕਦੇ ਹਾਂ ਜਾਂ ਐਕਸਪੈਂਸ ਕਹਿ ਸਕਦੇ ਹਾਂ ਹੁੰਦਾ. ਆਪਾਂ ਇੱਕ ਲੌਂਗ ਕੁਐਸਚਨ ਦੇਖਦੇ ਹਾਂ ਪੂਰਾ. ਹਾਂਜੀ, ਆਹ ਦੇਖੋ ਸਾਰੇ, ਜੇ ਤੁਹਾਡੇ ਕੋਲ ਬੇਟਾ ਬੁੱਕ ਹੈਗੀ ਤਾਂ ਤੁਸੀਂ ਬੁੱਕ ਤੇ ਓਪਨ ਕਰ ਸਕਦੇ ਹੋ, ਨਹੀਂ ਤੇ ਫਿਰ ਇੱਥੋਂ ਚੰਗੀ ਤਰ੍ਹਾਂ ਦੇਖ ਲਓ. ਹਾਂਜੀ, ਆਪਾਂ ਨੂੰ ਕ੍ਰੈਡਿਟ ਸਾਈਡ ਦੇ ਰੱਖੀ ਹੈ, ਡੈਬਿਟ ਸਾਈਡ ਦੇ ਰੱਖੀ ਹੈ. ਆਲਰਾਈਟ, ਉਸ ਤੋਂ ਬਾਅਦ ਰਾਜੇ ਸਾਨੂੰ ਦੇ ਰੱਖਿਆ ਇਹਨਾਂ ਨੇ ਕੁਛ ਐਡਜਸਟਮੈਂਟ ਦਿੱਤੀਆਂ ਹੋਈਆਂ ਨੇ. ਕਲੋਜ਼ਿੰਗ ਸਟਾਕ, ਕ੍ਰੀਏਟ ਅ ਰਿਜ਼ਰਵ ਫॉर ਬੈਡ ਐਂਡ ਡਾਊਟਫੁਲ ਡੈਟਸ, 10% ਔਨ ਬੁੱਕ ਡੈਟਸ. ਠੀਕ ਹੈ ਜੀ, ਬਿਲਕੁਲ ਸਹੀ ਹੈ ਕਿ ਬੁੱਕ ਡੈਟਸ ਦੇ ਵਿੱਚ ਤੇ ਸਾਹਮਣੇ 10% ਹੈ ਜਿਹੜਾ ਉਹ ਰਿਜ਼ਰਵ ਰੱਖਣਾ ਹੈ. ਓਕੇ, ਇੰਸ਼ੋਰੈਂਸ ਪ੍ਰੀਪੇਡ ਆਇਆ ਹੋਇਆ 50 ਰੁਪੀਜ਼, ਰੈਂਟ ਆਊਟਸਟੈਂਡਿੰਗ ਖੜਾ ਹੈ 150, ਇੰਟਰਸਟ ਔਨ ਲੋਨ. ਓਕੇ,
6%। ਸੋ ਐਡਜਸਟਮੈਂਟ ਸਾਰੀਆਂ ਆ ਗਈਆਂ ਧਿਆਨ ਦੇ ਵਿੱਚ। ਤੇ ਫਿਰ ਬੱਚੇ ਆਪਾਂ ਹੁਣ ਕੀ ਕਰਾਂਗੇ, ਸਭ ਤੋਂ ਪਹਿਲਾਂ ਆਪਾਂ ਬਣਾਉਣਾ ਰਾਜੇ ਟ੍ਰੇਡਿੰਗ ਅਕਾਊਂਟ। ਟ੍ਰੇਡਿੰਗ ਅਕਾਊਂਟ ਬਣਾਉਣ ਦੇ ਲਈ ਸਭ ਤੋਂ ਫਸਟ ਐਂਡ ਫਾਈਨਲ ਚੀਜ਼ ਸਾਡੇ ਕੋਲ ਕੀ ਚਾਹੀਦੀ ਹੈ, ਸਾਨੂੰ ਚਾਹੀਦੀਆਂ ਨੇ ਸੇਲ। ਓਕੇ, ਹੁਣ ਸਾਡੇ ਕੋਲ ਸੇਲਸ ਪਈਆਂ ਨੇ ਜੀ, ਦੇਖੋ ਠੀਕ ਹੈ। ਹਾਂਜੀ, ਸਾਡੇ ਕੋਲ ਸੇਲਸ ਪਈਆਂ ਨੇ, ਬਿਲਕੁਲ ਸਹੀ ਹੈ, ਸੇਲ ਤਾਂ ਹੈਗੀਆਂ ਨੇ, ਬਟ ਕੋਈ ਰਿਟਰਨ ਤਾਂ ਨਹੀਂ ਹੈਗੀ। ਸੇਲਸ ਰਿਟਰਨ ਦੇਖੀਏ ਆਪਾਂ, ਜਾਂ ਰਿਟਰਨ ਇਨਵਰਡ ਆ ਗਿਆ, ਸੇਲਸ ਰਿਟਰਨ ਆ ਗਿਆ, ਠੀਕ ਹੈ। ਹੁਣ ਜਦੋਂ ਇਹ ਆਪਾਂ ਕੁਐਸਚਨ ਕੀਤਾ, ਆਪਾਂ ਕੁਐਸਚਨ ਦੇਖ ਰਹੇ ਹਾਂ, ਦੇਖੋ I'm sorry, one minute ਬੱਚੇ। ਹਾਂਜੀ, ਠੀਕ ਹੈ ਜੀ। ਸੋ ਬੱਚੇ ਜਦੋਂ ਆਪਾਂ ਇਹਨੂੰ ਕਰਾਂਗੇ ਥੋੜਾ ਜਿਹਾ, ਸੋ ਸਾਡੇ ਕੋਲ ਹੁਣ ਦੇਖੋ ਸਾਡੇ ਕੋਲ ਸੇਲ ਪਈਆਂ ਨੇਗੀਆਂ, ਆ ਰਹੀਆਂ ਸੇਲਸ ਰਿਟਰਨ। ਸੇਲ ਰਿਟਰਨ ਕਿੱਥੋਂ ਲੈ ਲਈਆਂ ਆਪਾਂ ਨੇ, ਆ ਰਹੀ ਹੈ। ਪੂਰਾ ਕੁਐਸਚਨ ਚੈੱਕ ਕਰਨਾ ਪੈਣਾ ਰਾਜੇ, ਫਿਰ ਉਸ ਤੋਂ ਬਾਅਦ ਮਿਲਦੇ ਨੇ ਸਾਰੀਆਂ ਚੀਜ਼ਾਂ। ਹੁਣ ਜਿੰਨੇ ਦੀ ਸੇਲ ਹੋਈ ਸੀ ਉਹਦੇ ਚ ਰਿਟਰਨ ਲੈਸ ਕਰਤਾ ਤਾਂ ਸਾਡੇ ਕੋਲ ਨੈਟ ਸੇਲ ਆ ਗਈ, ਠੀਕ ਹੈ। ਨੈਟ ਸੇਲ ਦਾ ਪਤਾ ਚੱਲ ਗਿਆ। ਉਸ ਤੋਂ ਬਾਅਦ ਆਪਾਂ ਉਸ ਦਿਨ ਵੀ ਪੜ੍ਹਿਆ ਸੀਗਾ ਕਿ ਕਲੋਜ਼ਿੰਗ ਸਟਾਕ ਆ ਬਿਲਕੁਲ ਐਂਡ ਤੇ ਗਿਵਨ ਹੁੰਦਾ, ਤਾਂ ਕਲੋਜ਼ਿੰਗ ਸਟਾਕ ਵੀ ਕ੍ਰੈਡਿਟ ਸਾਈਡ ਪੈ ਜੂ। ਇਸ ਤੋਂ ਬਿਨਾਂ ਇੱਧਰ ਵਾਲੀ ਸਾਈਡ ਕੋਈ ਚੀਜ਼ ਆਈਟਮ ਸਾਨੂੰ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ, ਠੀਕ ਹੈ ਜੀ। ਹੁਣ ਸਾਨੂੰ ਕੀ ਚਾਹੀਦਾ, ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਓਪਨਿੰਗ ਸਟਾਕ। ਸਾਡਾ ਓਪਨਿੰਗ ਸਟਾਕ ਆ ਗਿਆ ਜੀ, ਦੇਖੋ ਓਪਨਿੰਗ ਸਟਾਕ ਕੁਐਸਚਨ ਦੇ ਵਿੱਚੋਂ ਹੀ ਮਿਲੂਗਾ ਸਾਨੂੰ। ਉਸ ਤੋਂ ਬਾਅਦ ਪਰਚੇਜ਼ ਜਿਹੜੀ ਹੈਗੀ ਹੈ, ਪਰਚੇਜ਼ ਦੀ ਅਮਾਊਂਟ ਇੱਥੇ ਸਾਨੂੰ ਗਿਵਨ ਹੋਏਗੀ ਆ ਰਹੀ ਵਿੱਚ। ਅਗਰ ਕੋਈ ਪਰਚੇਜ਼ ਰਿਟਰਨ ਹੈ ਤਾਂ ਉਹਨੂੰ ਲੈਸ ਕਰ ਦਿਓ, ਠੀਕ ਹੈ ਜੀ। ਤਾਂ ਕਿਉਂ, ਕਿਉਂਕਿ ਉਹ ਐਡ ਹੀ ਨਹੀਂ ਹੋਣੀ ਵਿੱਚ, ਉਹਨੂੰ ਆਪਾਂ ਨਹੀਂ ਮੰਨ ਕੇ ਚੱਲਾਂਗੇ ਕਿ ਅਸੀਂ ਇਹ ਸਮਾਨ ਪਰਚੇਜ਼ ਕੀਤਾ, ਕਿਉਂਕਿ ਉਹ ਵਾਪਸ ਕਰਤਾ, ਠੀਕ ਹੈ। ਰਿਟਰਨ ਨੂੰ ਆਪਾਂ ਕਿਉਂ ਵਾਪਸ ਕਰਦੇ, ਕਿਉਂ ਲੈਸ ਕਰਦੇ ਹਾਂ ਰਾਜੇ, ਮੰਨ ਲਓ ਤੁਸੀਂ 500 ਰੁਪੀਜ਼ ਲੈ ਕੇ ਗਏ ਸੀ ਘਰੋਂ, ਠੀਕ ਹੈ। ਤੁਸੀਂ 400 ਦੀਆਂ ਕਾਪੀਜ਼ ਲਿਆਏ, ਤੁਸੀਂ 5 ਦਾ 500 ਖਰਚ ਆਏ, ਠੀਕ ਹੈ। ਉਸ ਤੋਂ ਬਾਅਦ ਜਦ ਤੁਸੀਂ ਘਰ ਆ ਕੇ ਦੇਖਿਆ ਵੀ ਤੁਹਾਡੀ ਇੱਕ ਨੋਟਬੁੱਕ ਫਟੀ ਹੋਈ ਸੀਗੀ, ਤੁਸੀਂ ਉਹ ਦੁਕਾਨਦਾਰ ਨੂੰ ਵਾਪਸ ਦੇ ਆਏ, ਤੁਸੀਂ ਕਹਿੰਦੇ ਮੈਂ ਨਹੀਂ ਲੈਣੀ, ਮੈਨੂੰ ਪੈਸੇ ਵਾਪਸ ਕਰ ਦਿਓ। ਤਾਂ ਹੁਣ ਤੁਸੀਂ ਕੀ ਕਹੋਗੇ ਕਿ ਤੁਸੀਂ 500 ਦੀਆਂ ਨੋਟਬੁੱਕਸ ਖਰੀਦੀਆਂ ਨੇ ਜਾਂ 400 ਦੀਆਂ। ਓਬਵੀਅਸਲੀ 100 ਆਪਾਂ ਲੈਸ ਕਰ ਦਾਂਗੇ, ਬੇਸ਼ੱਕ ਆਪਾਂ ਬਾਅਦ ਚ ਜਾ ਕੇ ਉਹਨੂੰ ਪੇਮੈਂਟ ਹੈ ਜਿਹੜੀ ਵਾਪਸ ਲਏ ਸੀਗੇ, ਠੀਕ ਹੈ। ਤਾਂ ਇਹ ਚੀਜ਼ ਆਪਾਂ ਚੱਲਣੀ। ਉਸ ਤੋਂ ਬਾਅਦ ਸਿੰਪਲ ਕੋਈ ਕੈਰੇਜ ਇਨਵਰਡ ਕੁਛ ਨਹੀਂ ਹੈਗਾ, ਸੋ ਇਕੱਲਾ ਕੈਰੇਜ ਦਿੱਤਾ ਹੋਇਆ ਇਹ ਸਾਡਾ ਆ ਜਾਏਗਾ, ਇਹਨੂੰ ਆਪਾਂ ਲਿਖ ਲਾਂਗੇ ਇੱਥੇ ਜੀ। ਤੇ ਕੈਰੇਜ ਆ ਗਿਆ। ਉਸ ਤੋਂ ਬਾਅਦ ਕ੍ਰੈਡਿਟ ਸਾਈਡ ਨੂੰ ਦੇ ਵਿੱਚੋਂ ਡੈਬਿਟ ਸਾਈਡ ਲੈਸ ਕਰ ਦਿਓ, ਤਾਂ ਸਾਡੇ ਕੋਲੇ ਗ੍ਰੋਸ ਪ੍ਰੋਫਿਟ ਦੀ ਜਿਹੜੀ ਅਮਾਊਂਟ ਹੈ ਉਹ ਨਿਕਲ ਕੇ ਆ ਗਈ, ਠੀਕ ਹੈ ਜੀ। ਇਹ ਬਿਲਕੁਲ ਇੱਕ ਸਿੰਪਲ ਜਿਹਾ ਕੁਐਸਚਨ ਹੈ, ਬਿਲਕੁਲ ਸਿੰਪਲ ਜਿਹੜਾ ਟ੍ਰੇਡਿੰਗ ਅਕਾਊਂਟ ਹੈ ਸਾਡਾ ਨਿਕਲ ਗਿਆ। ਹੁਣ ਜੋ ਵੀ ਚੀਜ਼ਾਂ ਰਹਿ ਗਈਆਂ ਰਾਜੇ ਉਹ ਸਾਡੀਆਂ ਹੋਣਗੀਆਂ ਕਿਹਦੇ ਨਾਲ ਰਿਲੇਟਡ, ਉਹ ਸਾਰੀਆਂ ਰਿਲੇਟਡ ਹੋਣਗੀਆਂ ਸਾਡੀਆਂ ਉਹ ਸਾਡਾ ਕੁਐਸਚਨ ਹੈ ਬੱਚੇ ਥੋੜਾ ਜਿਹਾ ਅੱਗੇ ਚਲਾ ਜਾਊਗਾ। ਦੇਖੋ ਟ੍ਰੇਡਿੰਗ ਪ੍ਰੋਫਿਟ ਐਂਡ ਲਾਸ ਬਣ ਗਿਆ ਅਕਾਊਂਟ। ਉਸ ਤੋਂ ਬਾਅਦ ਆਪਾਂ ਬਣਾਵਾਂਗੇ ਟ੍ਰੇਡਿੰਗ ਅਕਾਊਂਟ ਬਣ ਗਿਆ ਜਿਹਦੇ ਵਿੱਚ ਆਪਣਾ ਜੀਪੀ ਨਿਕਲਿਆ ਹੈ। ਹੁਣ ਜਦੋਂ ਜੀਪੀ ਆਪਾਂ ਨੇ ਫਾਈਂਡ ਆਊਟ ਕਰ ਲਿਆ ਰਾਜੇ, ਤਾਂ ਉਸ ਤੋਂ ਬਾਅਦ ਕੀ ਆਊ ਸਾਡੇ ਕੋਲੇ, ਉਸ ਤੋਂ ਬਾਅਦ ਆ ਜਾਣਾ ਹੈ, ਉਸ ਤੋਂ ਬਾਅਦ ਉਹ ਜੀਪੀ ਨੂੰ ਆਪਾਂ ਇੱਥੇ ਕ੍ਰੈਡਿਟ ਸਾਈਡ ਸ਼ੋ ਕਰ ਦਾਂਗੇ, ਠੀਕ ਹੈ ਜੀ। ਕਿਹਦੇ, ਪੀ ਐਂਡ ਐਲ ਅਕਾਊਂਟ ਦੇ, ਠੀਕ ਹੈ। ਪੀ ਐਂਡ ਐਲ ਅਕਾਊਂਟ ਦੇ ਕ੍ਰੈਡਿਟ ਸਾਈਡ ਤੇ ਤੁਸੀਂ ਕੀ ਲਿਖੋਗੇ, ਅਗਰ ਕੋਈ ਵੀ ਤੁਸੀਂ ਇਨਕਮ ਲਈ ਹੈ, ਇਨਕਮ ਕਿੰਨੀ ਆ ਗਈ 2980 ਦੀ। ਅਗਰ ਕੋਈ ਵੀ ਇਨਕਮ ਰਿਸੀਵ ਕੀਤੀ ਉਹ ਸਾਰੀ ਕੀ ਚ ਆਏਗੀ ਆਪਣੀ ਕ੍ਰੈਡਿਟ ਸਾਈਡ ਤੇ,
प्रॉफिट एंड लॉस अकाउंट। हाँ जी, हुण आपां देखांगे डिस्काउंट अलाउड। ठीक है जी, ये रिलेटेड कोई एडजस्टमेंट नहीं, आप पहले ही देख ली। बैंक चार्ज अपना एक्सपेंस है, तो ये भी की कर लिया अपने ऐदा ही नोट कर लिया। ठीक है, उस तो बाद हैगा राजे अपना बैंक चार्ज आ गया। सैलरी के रिलेटेड कोई नहीं सीगा, वो इदा ही लिख दिया। रेंट एंड टैक्स, रेंट एंड टैक्सेस उन्होंने कहा कि रेंट आउटस्टैंडिंग है। ओबीअसली जिथे भी रेंट की गल हो रही है, तुम उत्थे आउटस्टैंडिंग रेंट वाली जी आइटमां नाल लेके चलोगे। हुण रेंट आउटस्टैंडिंग है तो यदा मतलब की है कि अगे जाके किते ना किते तो देना ही पैना ना, ये साडे सिर खड़ा है खर्चा। ठीक है, इस करके आपां इहनूं ऐड मन के चलांगे। ठीक है, इहदे विच भी ये भी खर्चा अपना हैगा 7830। उस तो बाद जनरल एक्सपेंसिस ये भी कर ले जी आपां। इंश्योरेंस बारे भी आया सीगा, प्रीपेड इंश्योरेंस। हुण प्रीपेड इंश्योरेंस जिहड़ा ऑलरेडी आपां ऐड कर लिया, जद कि ये की करना है, ये तो नैक्सट ईयर दे नाल संबंधित है। ठीक है, ये हुणे पे करता अपने, बट ये इस साल दे विच इहनूं लैके नहीं चलांगे, इहनूं नैक्सट ईयर दे नाल रिलेटेड है, तो नैक्सट ईयर ही इहदा ट्रीटमेंट करांगे। उस तो बाद अगे जी साडे कोल बैड डेट्स। हुण बैड डेट्स दे लई सानूं दुबारा जिहड़ा हैगा साडा क्वेश्चन देखना पऊगा की किहा होया। हाँ जी, जो आप क्वेश्चन देखिया बच्चे साडे कोल की आया सीगा, कहते क्रिएट अ रिजर्व फॉर बैड डेट्स सीगा, क्रिएट अ रिजर्व फॉर बैड डेट्स 10% ऑफ बुक डेट्स। हुण बुक डेट्स देखिए आपां कितने ने ऑलरेडी साडे कोल बुक डेट्स हैगे ने साडे कोल 82,740, यानी कि ये डेटर्स ने बिजनेस दे 1250 रुपए के साडे कोल बैड डेट्स पहला शो हो रहे हैं। कुछ होर एक रिजर्व भी पहला शो हो रहा 4650 का। ओके, हुण आपां इहदा ट्रीटमेंट करते हैं। देखो वर्किंग नोट बना के किद्दां करांगे। 1 मिनट बच्चे। हाँ जी, हुण आपां देखदे हां कि इहदा ट्रीटमेंट है जिहड़ा वो किस तरीके नाल करांगे। ਜਿਹੜੇ ਪੁਰਾਣੇ ਬੈਡਰਸ ਨੇ ਉਹ ਰਾਜੇ ਆਪਾਂ ਨੂੰ ਦੇ ਰੱਖੇ ਨੇ 1250 ਦੇ, ਤੇ ਪ੍ਰੋਵੀਜ਼ਨ ਹੈ ਜਿਹੜੀ ਨਿਊ ਪ੍ਰੋਵੀਜ਼ਨ ਹੈ ਉਹ ਕਿੰਨੇ ਦੀ ਹੈ। न्यू प्रोविजन 8,000। ठीक है, 1 मिनट। आप फिर बैड डेट्स 10% ने जी, रिजर्व फॉर बैड डेट्स तो कितना 10%। ओके, तो पिछला रिजर्व कितना 4650 रुपए का। ठीक है, ओल्ड है। और अपने बुक डेट्स किन्ने दे ने जी, बुक डेट्स हैगे अपने कोल, यानी कि डेटर्स साडे कोल हैगे ने 82,740 रुपीज़ दे। ओके, ते बैड डेट्स वैसे किन्ने ने, बैड डेट्स अपने कोल हैगे ने जी 1250 रुपीज़। ठीक है, उस तो बाद हुण आपां इहदा ट्रीटमेंट किद्दां करना है। देखो ਜਿਹੜੇ ਪੈਡਰट्स ਨੇ ਪੁਰਾਣੇ ਉਹ ਉਦਾਂ ਹੀ ਲੈ ਲਏ ਆਪਾਂ ਨੇ, ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ। 1250 रुपीज़। ठीक है जी, ਹੁਣ ਇਹਦੇ ਵਿੱਚ ਐਡ ਕਰੋ ਨਵੀਂ ਪ੍ਰੋਵੀਜ਼ਨ। ਨਵੀਂ ਪ੍ਰੋਵੀਜ਼ਨ ਇਹਨਾਂ ਨੇ ਕੀ ਕਿਹਾ, ਨਿਊ ਪ੍ਰੋਵੀਜ਼ਨ ਹੈ ਜਿਹੜੀ ਉਹ ਕਿੰਨੇ ਤੇ ਬਣੂਗੀ, ਉਹ 10%। ਨਿਊ ਪ੍ਰੋਵੀਜ਼ਨ ਮੈਂ ਦੱਸਦੀ ਹਾਂ ਤੁਹਾਨੂੰ ਕਿਵੇਂ ਲਈਏ ਤੁਸੀਂ ਨੇ। हाँ जी समनप्रीत, हाँ जी अनम्यूट करो बच्चे।
यस मैम बुक डेट से बैड डेट्स में क्या फर्क है? क्या बेटा बुक डेट्स मैं ਤੁਹਾਨੂੰ ਦੱਸਿਆ ਕਿ ਬੁੱਕ ਡੈਟਸ ਡੈਟਰਸ ਨੂੰ ਕਿਹਾ ਜਾਂਦਾ ਹੈ। ਬੈਡ ਡੈਟਸ ਉਹ ਹੁੰਦੇ ਨੇ ਜਿਹੜੇ ਡੈਟਰਸ ਆਪਾਂ ਨੂੰ ਵਾਪਸ ਨਹੀਂ ਆਉਣੇ ਹੈਗੇ। ਠੀਕ ਹੈ, ਇਹੀ ਫਰਕ ਹੈ ਬਸ। ਉਸ ਤੋਂ ਬਾਅਦ ਹੈਗਾ ਬੇਟਾ ਦੇਖੋ ਆਪਾਂ ਬੁੱਕ ਡੈਟਸ ਨੂੰ ਹੁਣ ਸਾਡੇ ਕੋਲ ਬੁੱਕ ਡੈਟਸ ਇਹਨਾਂ ਨੇ ਦੇ ਰੱਖੇ ਆ, ਵੈਸੇ ਉਹ ਡੈਟਰਸ ਹੀ ਹੁੰਦੇ ਆ ਬੱਚੇ। 82,700 82,740 रुपीज ਦੀ ਅਮਾਉਂਟ ਗਿਵਨ ਹੈਗੀ ਸਾਨੂੰ ਕੁਐਸਚਨ ਦੇ ਵਿੱਚ। ਠੀਕ ਹੈ, ਸੋ ਇਹਦੇ ਤੇ 10% ਲਾਉਣਾ ਹੈ ਜੀ ਆਪਾਂ into 10 upon 100। ਠੀਕ ਹੈ, ਇਹਦੇ ਤੇ ਆਪਾਂ ਲਾਏ ਬੈਡਰਸ ਤੇ ਦੀ ਅਮਾਉਂਟ 0 ਇਹਦੇ ਨਾਲ 1 ਕੱਟ ਗਈ, ਇਹਦੇ ਨਾਲ ਦੂਸਰੀ 0 ਉੱਪਰ ਵਾਲੇ ਇਹਨਾਂ ਕੱਟ ਗਈ। ਠੀਕ ਹੈ, ਸਾਡੇ ਕੋਲ ਅਮਾਉਂਟ ਕਿੰਨੀ ਆ ਗਈ ਪਿੱਛੇ ਆ ਨਿਕਲ ਕੇ ਆ ਗਈ ਬੇਟਾ 8274 ਰੁਪੀਜ਼ ਦੀ ਅਮਾਉਂਟ। ਠੀਕ ਹੈ ਜੀ, ਹੁਣ ਟੋਟਲ ਬੈਡਰਸ ਕਿੰਨੇ ਹੋ ਗਏ, ਇਹਨਾਂ ਦੋਹਾਂ ਨੂੰ ਆਪਾਂ ਨੇ ਐਡ ਕਰ ਲਿਆ। ਠੀਕ ਹੈ, ठीक है 9524 रुपीज। ठीक है, ਹੁਣ ਜਿਹੜੀ ਕੋਈ 올ਡ ਪ੍ਰੋਵੀਜ਼ਨ ਹੈ, 올ਡ ਪ੍ਰੋਵੀਜ਼ਨ ਕਿੰਨੇ ਦੀ ਸ਼ੋ ਹੋ ਰਹੀ ਸੀ ਆਪਾਂ ਨੂੰ 4650 ਰੁਪੀਜ਼ ਦੀ, ਉਹ ਲੈਸ ਕਰ ਦੋ। ਠੀਕ ਹੈ, ਲੈਸ ਕਰ ਦੋ ਵਾਲੀ ਪ੍ਰੋਵੀਜ਼ਨ ਨੂੰ, ਤੇ ਜਿਹੜੀ ਆਪਣੇ ਕੋਲ ਅਲਟੀਮੇਟਲੀ ਬਚ ਕੇ ਆਊਗੀ ਉਹ ਆਪਣੀ ਐਗਜ਼ੈਕਟ ਅਮਾਉਂਟ ਹੈ ਜਿਹੜੀ ਉਹ ਫਿਗਰ ਹੈਗੀ ਉਹ ਇਹ ਹੋਊਗੀ। ਠੀਕ ਹੈ ਬੇਟਾ, ਪਹਿਲੀ ਗੱਲ ਤਾਂ ਤੁਸੀਂ ਨੇ ਕੁਐਸਚਨ ਦੇ ਵਿੱਚੋਂ ਬੈਡਰਸ ਦੇਖਣੇ ਆ ਕਿਹੜੇ ਨੇ। ਬੈਡਰਸ ਦੇ ਵਿੱਚ ਤੁਸੀਂ ਨਿਊ ਪ੍ਰੋਵੀਜ਼ਨ ਐਡ ਕਰਨੀ ਹੈ, ਜਿੰਨਾ ਜੋ ਉਹਦੇ ਵਿੱਚੋਂ 올ਡ ਪ੍ਰੋਵੀਜ਼ਨ ਲੈਸ ਕਰਨੀ ਹੈ। ਹੁਣ ਪ੍ਰੋਵੀਜ਼ਨ ਕਾਦੀ ਬਣਾਈ ਹੈ, ਪ੍ਰੋਵੀਜ਼ਨ ਆਪਾਂ ਰਿਜ਼ਰਵ ਦੀ ਬਣਾਈ ਹੈ। ਜਿਹੜੀ ਚੀਜ਼ ਦੀ ਪ੍ਰੋਵੀਜ਼ਨ ਬਣਾਉਂਦੇ ਆ 올ਡ ਪ੍ਰੋਵੀਜ਼ਨ ਨੂੰ ਲੈਸ ਕਰਕੇ ਨਿਊ ਪ੍ਰੋਵੀਜ਼ਨ ਨੂੰ ਆਪਾਂ ਐਡ ਕਰਕੇ ਚੱਲਦੇ ਹਾਂ। ਠੀਕ ਹੈ ਜੀ, ਇੰਟਰਸਟ ਔਨ ਲੋਨ ਆਊਟਸਟੈਂਡਿੰਗ 900 ਹੋ ਗਿਆ। ਠੀਕ ਹੈ ਜੀ, ਸੋ ਇਹ ਆਪਾਂ ਜਦੋਂ ਵੀ ਇਹਦਾ ਟਰੀਟਮੈਂਟ ਕੀਤਾ ਤਾਂ ਸਾਡੇ ਕੋਲ ਜਿਹੜੀ ਅਮਾਊਂਟ ਆਈ ਨਿਕਲ ਕੇ ਉਹ ਆਪਾਂ ਇੱਥੇ ਲਿਖ ਦਿੱਤੀ ਹੈ ਜੀ। ਠੀਕ ਹੈ, ਉਸ ਤੋਂ ਬਾਅਦ ਆ ਗਈ ਜੀ ਆਪਣੀ ਟਰਨ। ਉਸ ਤੋਂ ਬਾਅਦ ਆ ਗਈ ਜੀ ਆਪਣੀ ਬੈਲੈਂਸ ਸ਼ੀਟ। ਠੀਕ ਹੈ, ਬੈਲੈਂਸ ਸ਼ੀਟ ਆ ਕੇ ਕੀ ਕਹਿੰਦੀ ਹੈ ਆਪਾਂ ਨੂੰ ਕਿ ਜੋ ਵੀ ਚੀਜ਼ਾਂ ਹੁਣ ਰਹਿ ਗਈਆਂ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਪਾਉਣ ਤੋਂ, ਉਹ ਸਾਰੀਆਂ ਕਿੱਥੇ ਜਾਣਗੀਆਂ ਬੈਲੈਂਸ ਸ਼ੀਟ ਦੇ ਵਿੱਚ। ਤੇ ਜਿਹੜੀਆਂ ਲੌਂਗ ਟਰਮ ਨਾਲ ਸੰਬੰਧਿਤ ਆਪਣੇ ਐਸੈਟਸ ਨੇ ਲਾਇਬਿਲਿਟੀਜ਼ ਨੇ ਉਹ ਵੀ ਸਾਰੀਆਂ ਕਿੱਥੇ ਜਾਣਗੇ ਸੇਮ ਹੀ ਆਪਣੇ ਬੈਲੈਂਸ ਸ਼ੀਟ ਦੀ ਦੋ ਸਾਈਡਸ ਹੋਗੀ ਬੇਟਾ ਜੀ, ਇੱਕ ਐਸੈਟ ਸਾਈਡ ਹੋਗੀ ਇੱਕ ਲਾਇਬਿਲਿਟੀ ਸਾਈਡ ਹੋ ਗਈ ਹੈ। ਠੀਕ ਹੈ, ਐਸੈਟ ਸਾਈਡ ਤੇ ਜੋ ਵੀ ਐਸੈਟਸ ਨੇ, ਹੁਣ ਆਪਾਂ ਕੈਸ਼ ਐਂਡ ਬੈਂਕ ਨੂੰ ਛੇੜਿਆ ਨਹੀਂ ਸੀਗੀ, ਕੁਐਸਚਨ ਦੇ ਵਿੱਚ ਦਿੱਤਾ ਹੋਇਆ। ਤੇ ਬੁੱਕ ਡੈਟਸ ਜਾਂ ਡੈਟਰਸ ਆਪਣੇ ਕਿੰਨੇ ਨੇ 82,740, ਇਹਦੇ ਚ ਰਿਜ਼ਰਵ ਲੈਸ ਕਰ ਦੋ। ਰਿਜ਼ਰਵ ਕਿਹੜੇ, ਜਿਹੜੀ ਨਿਊ ਪ੍ਰੋਵੀਜ਼ਨ ਹੈ। ਠੀਕ ਹੈ ਜੀ, ਨਿਊ ਪ੍ਰੋਵੀਜ਼ਨ ਬਣਾਈ ਸੀ ਆਪਾਂ ਰਿਜ਼ਰਵ ਦੀ, ਉਹ ਲੈਸ ਕਰਤੀ। ਉਹਨੂੰ ਕਰਕੇ ਜਿੰਨਾ ਵੀ ਆ ਗਿਆ ਉਹ ਆਪਾਂ ਇੱਥੇ ਅਮਾਊਂਟ ਹੈ ਜਿਹੜੀ ਉਹ ਲਿਖ ਦਾਂਗੇ। ਬਿਲਸ ਰਿਸੀਵੇਬਲ ਇਹ ਵੀ ਆਪਣੀ ਐਸੈਟ ਹੁੰਦੀਆਂ ਨੇ, ਲੈਂਡ ਐਂਡ ਬਿਲਡਿੰਗ ਵੀ ਐਸੈਟ ਹੈ ਬੱਚੇ, ਫਰਨੀਚਰ ਵੀ ਐਸੈਟ ਆਪਣੀ। ਉਸ ਤੋਂ ਬਾਅਦ ਆਪਣੇ ਕੋਲ ਹੈ ਫਰਨੀਚਰ ਵੀ ਆ ਗਿਆ। ਉਸ ਤੋਂ ਬਾਅਦ ਆ ਗਿਆ ਪਲਾਂਟ ਐਂਡ ਮਸ਼ੀਨਰੀ। ਓਕੇ ਜੀ, ਇੰਸ਼ੋਰੈਂਸ ਪ੍ਰੀਪੇਡ। ਹੁਣ ਇੰਸ਼ੋਰੈਂਸ ਪ੍ਰੀਪੇਡ ਹੈ ਜਿਹੜਾ ਉਹ ਆਪਣੀ ਕੀ ਹੁੰਦੀ ਹੈ, ਇੱਕ ਐਸੈਟ ਹੈ। ਕਿਉਂ ਐਸੈਟ ਹੈ, ਬਿਕੋਜ਼ ਇੰਸ਼ੋਰੈਂਸ ਜਿਹੜਾ ਹੈਗਾ ਉਹ ਸਾਨੇ ਕਿਤੇ ਆਉਣ ਵਾਲੇ ਟਾਈਮ 'ਚ ਪੇ ਕਰਨਾ ਸੀਗਾ, ਬਟ ਅਸੀਂ ਅੱਜ ਪੇ ਕਰ ਚੁੱਕੇ ਹਾਂ ਉਹਨੂੰ। ਹੁਣ ਆਉਣ ਵਾਲੇ ਟਾਈਮ 'ਚ ਸਾਨੂੰ ਕੋਈ ਟੈਨਸ਼ਨ ਨਹੀਂ, ਇਸ ਕਰਕੇ ਸਾਡੀ ਉਹ ਐਸੈਟ ਬਣ ਗਿਆ। ਠੀਕ ਹੈ, ਤੇ ਉਸ ਤੋਂ ਬਾਅਦ ਆ ਗਿਆ ਰਾਜੇ ਸਾਡੇ ਕੋਲ ਕਲੋਜ਼ਿੰਗ ਸਟਾਕ। ਕਲੋਜ਼ਿੰਗ ਸਟਾਕ ਵੀ ਬੈਲੈਂਸ ਦੋ ਜਗ੍ਹਾ ਟਰੀਟਮੈਂਟ ਹੋਏਗਾ ਰਾਜੇ। ਜਿਹੜੀ ਵੀ ਚੀਜ਼ ਐਡਜਸਟਮੈਂਟ 'ਚ ਹੁੰਦੀ ਹੈ ਨਾ, ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਓ, ਤਾਂ ਉਹਦਾ ਆਪਾਂ ਕਿੱਥੇ ਟਰੀਟਮੈਂਟ ਕਰਦੇ ਹਾਂ, ਦੋ ਜਗ੍ਹਾ ਤੇ ਕਰਦੇ ਹਾਂ। ਇੱਕ ਪ੍ਰੋਫਿਟ ਐਂਡ ਲਾਸ ਅਕਾਊਂਟ ਤੇ ਦੂਜਾ ਟ੍ਰੇਡਿੰਗ ਪ੍ਰੋਫਿਟ ਐਂਡ ਲਾਸ, ਤੇ ਦੂਸਰਾ ਆਪਾਂ ਕਰਦੇ ਹਾਂ ਉਹਨੂੰ ਬੈਲੈਂਸ ਸ਼ੀਟ। ਹਾਂਜੀ, ਕ੍ਰੈਡੀਟਰ ਕੀ ਨੇ ਜੀ ਆਪਣੇ ਲਾਇਬਿਲਿਟੀਜ਼ ਨੇਗੀਆਂ। ਠੀਕ ਹੈ, ਇਹਨਾਂ ਨੂੰ ਵੀ ਲੈ ਲਿਆ। ਲੋਨ
ਲੋਨ 15,000 ਦਾ ਸੀਗਾ ਤੇ ਸ਼ੋ ਕੀਤਾ ਹੋਇਆ ਸੀਗਾ ਕਿ ਆਪਾਂ ਨੂੰ ਆਊਟਸਟੈਂਡਿੰਗ ਹੈ ਤਾਂ ਉਹ ਐਡ ਕਰਤਾ। ਠੀਕ ਹੈ, ਆਊਟਸਟੈਂਡਿੰਗ ਕੀ ਹੈ ਵੀ ਇਹ ਪੇ ਕਰਨਾ ਪਏਗਾ ਇੱਥੇ ਇੰਟਰਸਟ, ਜਿੱਧਰ ਮਰਜ਼ੀ ਚਲੇ ਜਾਓ ਇਹ ਵੀ ਰੈਂਟ ਆਊਟਸਟੈਂਡਿੰਗ ਵੀ ਪੇ ਕਰਨਾ ਪਏਗਾ। ਉਦੋਂ ਬਾਅਦ ਆ ਗਈ ਜੀ ਆਪਣੀ ਕੈਪੀਟਲ ਗਿਵਨ ਹੁੰਦੀ ਹੈ ਤੁਹਾਨੂੰ ਤੁਹਾਡੇ 'ਚ ਟੌਪਿਕ ਆਪਣੇ ਜੋ ਵੀ ਕੁਐਸਚਨ ਹੁੰਦਾ ਉਹਦੇ ਵਿੱਚ, ਤੇ ਐਡ ਕਰ ਦਿਓ ਨੈਟ ਪ੍ਰੋਫਿਟ। ਜੇ ਨੈਟ ਲਾਸ ਹੁੰਦਾ ਤਾਂ ਲੈਸ ਹੋ ਜਾਏਗਾ। ਅਗਰ ਕੋਈ ਡਰਾਇੰਗਸ ਵਗੈਰਾ ਨੇ ਤਾਂ ਉਹ ਵੀ ਆਪਾਂ ਇੱਥੇ ਕੀ ਕਰ ਦਾਂਗੇ, ਲੈਸ ਕਰ ਦਾਂਗੇ। ਠੀਕ ਹੈ, ਠੀਕ ਹੈ ਜੀ, ਇਹ ਅਮਾਊਂਟ ਆ ਗਈ। ਦੋਨੇ ਸਾਈਡਾਂ ਦਾ ਆਪਾਂ ਟੋਟਲ ਕੀਤਾ, ਦੋਨੋਂ ਸਾਈਡਾਂ ਤੁਹਾਡੀਆਂ ਹਰ ਹਾਲਤ 'ਚ ਜਿਹੜੀਆਂ ਇਕੁਅਲ ਨੇ, ਜਿਹੜੀਆਂ ਉਹ ਆਉਣੀਆਂ ਚਾਹੀਦੀਆਂ ਨੇ। ਤਾਂ ਤੁਹਾਡਾ ਜਿਹੜਾ ਕੁਐਸਚਨ ਹੈ ਬਿਲਕੁਲ ਸਹੀ ਹੈ। ਹਾਂਜੀ ਬੇਟਾ, ਜੇ ਕੋਈ ਡਾਊਟ ਹੈ ਕਿਸੇ ਵੀ ਬੱਚੇ ਨੂੰ ਇਸ ਦੇ ਵਿੱਚ ਤਾਂ ਹੈਂਡ ਰੇਜ਼ ਕਰ ਸਕਦੇ ਹੋ। ਬੇਟਾ ਆਪਣੀ ਆਪਣੀ NCERT ਬੁੱਕ ਤੇ ਇਹਨੂੰ ਕੁਐਸਚਨ ਨੂੰ ਅੱਜ ਧਿਆਨ ਨਾਲ ਦੇਖਣਾ। ਜਿਹੜੀ ਵੀ ਕੋਈ ਪ੍ਰੋਬਲਮ ਹੈ ਉਹ ਆਪਾਂ ਫਿਰ ਡਿਸਕਸ ਕਰਾਂਗੇ। ਤੇ ਮੈਂ ਤੁਹਾਨੂੰ ਇੱਕ ਕੁਐਸਚਨ ਦਿੰਦੀ ਹਾਂ, ਤੁਸੀਂ ਉਹ ਕਰਕੇ ਲੈ ਕੇ ਆਉਣਾ, ਘਰ ਤੋਂ ਟਰਾਈ ਕਰਨਾ। ਠੀਕ ਹੈ, ਠੀਕ ਹੈ ਜੀ। ਸਾਰੇ ਸਟੂਡੈਂਟ ਨੇ ਬੇਟਾ ਕੁਐਸਚਨ ਨੰਬਰ ਫਸਟ ਤੇ ਕੁਐਸਚਨ ਨੰਬਰ ਸੈਕਿੰਡ ਟਰਾਈ ਕਰਨਾ। ਇਹ ਵਾਲਾ ਨਿਊਮੈਰੀਕਲ ਕੁਐਸਚਨ ਨੇ ਜਿਹੜੇ ਆਪਣੇ NCERT ਬੁੱਕ ਦੇ ਵਿੱਚ ਦਿੱਤੇ ਹੋਏ। ਠੀਕ ਹੈ, ਕੁਐਸਚਨ ਨੰਬਰ 1 ਸਟਾਕ 50,000। ਠੀਕ ਹੈ, ਇਹ ਵਾਲਾ। ਤੇ ਕੁਐਸਚਨ ਨੰਬਰ 2 ਓਪਨਿੰਗ ਸਟਾਕ 35,000। ਠੀਕ ਹੈ, ਇਹ ਦੋਨੋਂ ਨਿਊਮੈਰੀਕਲ ਸੋਲਵ ਕਰਨੇ ਨੇ, ਕਾਫੀ ਲੈਂਥੀ ਨੇ ਬਟ ਧਿਆਨ ਨਾਲ ਕਰਨੇ ਨੇ। ਜਿੰਨਾ ਕੁ ਵੀ ਹੋ ਸਕੂਗਾ ਤੁਸੀਂ ਕਰਕੇ ਦੇਖਣਾ, ਬਾਕੀ ਆਪਾਂ ਕਲਾਸ 'ਚ ਡਿਸਕਸ ਕਰਾਂਗੇ। ਠੀਕ ਹੈ ਜੀ, ਓਕੇ ਕਲਾਸ, ਆਈ ਹੋਪ ਸੋ ਕਿ ਤੁਹਾਨੂੰ ਸਮਝ ਆਇਆ ਹੋਵੇਗਾ ਵਧੀਆ, ਹੈ ਨਾ। ਤੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਟਰਾਈ ਕਰਕੇ ਦੇਖਣਾ। ਬਾਕੀ ਇਹ ਵੀਡੀਓ ਤੁਹਾਨੂੰ ਗਰੁੱਪ 'ਚ ਵੀ ਮਿਲ ਜਾਏਗੀ ਸ਼ਾਮ ਤੱਕ, ਤੇ ਤੁਸੀਂ ਹੈਲਪ ਲੈ ਲੈਣੀ ਹੈ ਇਸ ਵੀਡੀਓ ਦੀ ਦੁਬਾਰਾ। ਠੀਕ ਹੈ, ਤਾਂ ਕੁਐਸਚਨ ਨੰਬਰ 1 ਤੇ ਕੁਐਸਚਨ ਨੰਬਰ 2 NCERT ਤੋਂ ਤੁਸੀਂ ਸੋਲਵ ਕਰਕੇ ਦੇਖਣਾ। ਸੀ ਯੂ ਨੈਕਸਟ ਕਲਾਸ, till then complete your work and take care.